ਕਿਵੇਂ ਦੋਸਤੋ, ਕੀ ਹਾਲ ਚਾਲ? ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ। ਓਨਟਾਰੀਓ ਨੇ ਬੰਦੇ ਨੂੰ ਹਾਇਰ ਕਰਨ ਨੂੰ ਲੈ ਕੇ ਇੰਪਲੋਇਰਸ ਦੀ ਰਿਕੁਆਇਰਮੈਂਟਾਂ ਚੇਂਜ ਕਰਤੀਆਂ। ਇੰਪਲੋਇਮੈਂਟ ਸਟੈਂਡਰਡ ਐਕਟ ਚੇਂਜ ਹੋ ਗਿਆ। ਸੋ ਪਹਿਲਾਂ ਮੈਂ ਆਪਦਾ ਹੋਮਵਰਕ ਕੀਤਾ, ਪਹਿਲਾਂ ਕੀ ਸੀ ਹੁਣ ਕੀ ਹੈ, ਸਾਰਾ ਕੁਝ ਤੁਹਾਡੇ ਲਈ ਰੈਡੀ ਕੀਤਾ ਤੇ ਹੁਣ ਤੁਹਾਨੂੰ ਸ਼ੋਅ ਕਰਦੇ ਹਾਂ। ਇੱਕ ਪਾਸੇ ਸਕਰੀਨ, ਦੂਸਰੇ ਪਾਸੇ ਮੈਂ। ਸੋ ਆਹ ਰੂਲਸ ਨੇ, ਰੂਲਸ ਐਂਡ ਐਗਜ਼ੈਂਪਸ਼ਨ ਫॉर ਜੌਬ ਪੋਸਟਿੰਗ। ਸੋ 1 ਜਨਵਰੀ 2026 ਤੋਂ ਚੀਜ਼ ਲਾਗੂ ਹੋਗੀ, ਬੀਤੀ ਕੱਲ ਤੋਂ। ਨਿਊ ਰਿਕੁਆਇਰਮੈਂਟ ਐਂਡ ਨਿਊ ਰੈਗੂਲੇਸ਼ਨ ਅੰਡਰ ਓਨਟਾਰੀਓ 476/24 ਆ ਰਿਹਾ, 476/24। ਹੁਣ ਇਹਦੇ ਵਿੱਚ ਸਰਕਾਰ ਨੇ ਕੁਛ ਕੁ ਬਦਲਾਵ ਕੀਤੇ ਨੇ, ਜੋ ਤੁਹਾਨੂੰ ਮੈਂ ਦੱਸੂਗਾ ਵੀ ਯੂਜ਼ਲੈਸ ਕਿਵੇਂ ਆ ਤੇ ਕਿਵੇਂ ਸਰਕਾਰ ਨੇ ਕੀ ਬਦਲਾਵ ਕੀਤੇ ਆ। ਕੁਝ ਤੁਹਾਨੂੰ ਪਤਾ ਲੱਗ ਜੂ ਵੀ ਇੰਪਲੋਇਰ ਨੂੰ ਸਰਕਾਰ ਪਾਵਰ ਦੇ ਵਿੱਚ ਕਿਵੇਂ ਰੱਖਣਾ ਚਾਹੁੰਦੀ ਆ। ਸੋ ਸਰਕਾਰ ਨੇ ਪਹਿਲੇ ਨੰਬਰ 'ਤੇ ਕਿਹਾ 1 ਜਨਵਰੀ 2026 ਤੋਂ ਨਿਊ ਰਿਕੁਆਇਰਮੈਂਟ ਐਂਡ ਨਿਊ ਰੈਗੂਲੇਸ਼ਨਸ ਅੰਡਰ ਆ ਐਕਟ under the Employment Standard Act will come into effect for employers who advertise publicly advertised job posting including the following requirement। ਸੋ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਵਾ ਕਿ ਜੇ ਕਿਸੇ ਵੀ ਇੰਪਲੋਇਰ ਨੇ ਕੋਈ ਵੀ ਜੌਬ ਪੋਸਟਿੰਗ ਕਰਨੀ ਆ ਤਾਂ ਉਹਨੂੰ ਆਹ ਚੀਜ਼ਾਂ ਦੇ ਵਿੱਚ ਕਲੀਅਰ ਰਹਿਣਾ ਪੈਣਾ। ਸੋ ਕੁੱਲ ਮਿਲਾ ਕੇ ਇਹਨਾਂ ਦਾ ਪਰਪਸ ਕੀ ਆ ਕਿ ਇੰਪਲੋਇਰ ਹੋਰ ਓਨੈਸਟ ਰਹਿਣ, ਕਲੀਅਰ ਰਹਿਣ, ਲੋਕਾਂ ਮੂਹਰੇ ਸੱਚਾਈ ਸ਼ੋਅ ਕਰਨ। ਪਰ ਇੰਪਲੋਇਰ ਕਿੰਨੇ ਹਰਾਮ ਦੇ ਅੰਟਾਰੀਓ, ਤੁਹਾਨੂੰ ਮੈਂ ਕੀ ਦੱਸਾਂ। The requirement with respect to publicly advised job posting will not apply to employers that employs less than 25 employees on the day of posting। So ਆਹ ਕੰਡੀਸ਼ਨਾਂ ਉਹਨਾਂ 'ਤੇ ਅਪਲਾਈ ਨਹੀਂ ਕਰਦੀਆਂ ਜਿਹੜੇ ਵੀ ਇੰਪਲੋਇਰਸ ਦੇ ਕੋਲੇ 25 ਇੰਪਲੋਈ ਆ, ਉਹਨਾਂ ਤੋਂ ਘੱਟ ਨੇ। ਸੋ ਜੇ ਕਿਸੇ ਦੇ ਕੋਲੇ ਵੀ 25 ਇੰਪਲੋਈਜ਼ ਤੋਂ ਘੱਟ ਨੇ, ਉਹਨਾਂ ਦੇ ਉੱਤੇ ਇਹਨਾਂ 'ਚੋਂ ਕੋਈ ਵੀ ਕੰਡੀਸ਼ਨ, ਕੋਈ ਵੀ ਨਵੇਂ ਰੂਲ ਅਪਲਾਈ ਨਹੀਂ ਕਰਦੇ। ਸਹੀ ਹੈ, ਪਹਿਲਾਂ ਹੀ ਉਹ ਭਾਈ ਉਹਨਾਂ ਨੂੰ ਪਹਿਲ ਦੇਤੀ ਦੇਸੀ ਇੰਪਲੋਇਰਾਂ ਨੂੰ। ਓਕੇ, ਰਿਕੁਆਇਰਮੈਂਟ ਟੂ ਇਨਕਲੂਡ ਐਕਸਪੈਕਟਡ ਕੰਪਨਸੇਸ਼ਨ। ਉਹਦੇ ਵਿੱਚ ਸਰਕਾਰ ਨੇ ਕੀ ਕਿਹਾ ਵਾ, ਇੰਪਲੋਇਰਸ ਵਿਲ ਨਾਓ ਹੈਵ ਟੂ ਸ਼ੋ ਪਬਲਿਕ, ਕੋਈ ਵੀ ਜੋਬ ਉਹਨਾਂ ਨੇ ਪੋਸਟ ਕਰਨੀ ਹੈ ਪਬਲਿਕਲੀ, ਜੇ ਉਹ ਜੋਬ ਨੂੰ ਲੈ ਕੇ ਤਨਖਾਹ $50,000 ਜਾਂ ਫਿਰ ਉਹ ਤੋਂ ਘੱਟ ਆ ਤਾਂ ਉਹ ਇਹਨਾਂ ਨੂੰ ਜੋਬ ਪੋਸਟਿੰਗ ਦੇ ਵੇਲੇ ਸ਼ੋਅ ਕਰਨੀ ਪੈਣੀ ਹੈ ਕਿ ਹਾਂਜੀ ਤੁਹਾਡੀ ਜੋਬ ਦੀ ਐਨੂਅਲ ਤਨਖਾਹ ਕਿੰਨੀ ਬਣਦੀ ਜਾਂ ਫਿਰ ਮੰਥਲੀ ਤਨਖਾਹ ਕਿੰਨੀ ਬਣੂਗੀ। ਪਹਿਲਾਂ ਚੀਜ਼ ਤੇ ਇੰਪਲੋਇਰ ਲਿਖ ਸਕਦੇ ਸੀ ਕਿ ਕੰਪੈਰੀਟਿਵ ਵੇਜ ਆ, ਵੀ ਮਾਰਕੀਟ ਰੇਟ ਦੇ ਹਿਸਾਬ ਨਾਲ ਕੰਪੈਰੀਟਿਵ ਆ, ਬਟ ਹੁਣ ਉਹਨਾਂ ਨੂੰ ਸ਼ੋਅ ਕਰਨਾ ਪੈਣਾ। ਬਟ ਆਹ ਰਿਕੁਆਇਰਮੈਂਟ ਕਿਹਨਾਂ 'ਤੇ ਅਪਲਾਈ ਨਹੀਂ ਕਰਦੀ, ਜਿਹੜੀ ਵੀ ਜੋਬਸ $2 ਲੱਖ ਜਾਂ ਉਹ ਤੋਂ ਵੱਧ ਤੁਹਾਨੂੰ ਕਮਾ ਕੇ ਦੇਣਗੀਆਂ। ਸੋ ਜਿਹੜੇ ਵੀ 2 ਲੱਖ ਵਾਲੀ ਜੋਬਾਂ ਕੌਣ ਪਬਲਿਕਲੀ ਪੋਸਟ ਕਰਦਾ, ਠੀਕ ਹੈ। ਸੋ 50,000 ਤੇ 50,000 ਤੋਂ ਘੱਟ ਲਈ ਜੋਬਾਂ ਲਈ ਇਹਨਾਂ ਨੂੰ ਸ਼ੋਅ ਕਰਨਾ ਪੈਣਾ। ਬਟ ਸਟਿਲ ਆਹ ਰੂਲ ਅਗੇਨ ਉਹਨਾਂ 'ਤੇ ਅਪਲਾਈ ਨਹੀਂ ਕਰਦਾ ਜਿਨ੍ਹਾਂ ਦੇ ਕੋਲੇ 25 ਇੰਪਲੋਈ ਸੀ ਉਹ ਤੋਂ ਘੱਟ ਨੇ। ਸੋ ਜਿਨ੍ਹਾਂ ਕੋਲ 25 ਇੰਪਲੋਈਜ਼ ਉਹ ਤੋਂ ਵੱਧ ਨੇ, ਉਹਨਾਂ ਨੇ ਕੋਈ ਵੀ ਜੋਬ ਪੋਸਟਿੰਗ ਕਰਨੀ ਹੈ ਅਤੇ ਉਹ ਜੋਬ ਦੀ ਬਈ ਸਾਲ ਦੀ ਇਨਕਮ $50,000 ਜਾਂ ਉਹ ਤੋਂ ਘੱਟ ਆ ਤਾਂ ਉਹਨਾਂ ਨੂੰ ਸ਼ੋਅ ਕਰਨਾ ਪੈਣਾ ਕਿ ਹਾਂਜੀ ਕਿੰਨੀ ਤਨਖਾਹ ਹੈ। ਹੁਣ ਉਹ ਲਿਖ ਨਹੀਂ ਸਕਦੇ ਕਿ ਕੰਪੈਰੀਟਿਵ ਵੇਜ, ਠੀਕ ਹੈ। ਦੂਸਰਾ, ਰਿਕੁਆਇਰਮੈਂਟ ਟੂ ਡਿਸਕਲੋਜ਼ ਯੂਜ਼ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਪਹਿਲਾਂ ਇਹਨਾਂ ਨੂੰ ਦੱਸਣਾ ਨਹੀਂ ਹੁੰਦਾ ਸੀ ਕਿ ਹਾਂਜੀ ਹਾਇਰਿੰਗ ਪ੍ਰੋਸੈਸ ਦੇ ਵਿੱਚ ਅਸੀਂ AI ਦਾ ਇਸਤੇਮਾਲ ਕਰਦੇ ਹਾਂ, ਰਿਜ਼ਿਊਮੇ ਨੂੰ ਸ਼ਾਰਟਲਿਸਟ ਕਰਨ, ਫਲਾਣਾ ਧਮਕਾਣੇ ਦੇ ਵਿੱਚ। ਹੁਣ employers will be required to disclose in a publicly advertised job posting that the use of AI during the hiring process। ਪਹਿਲਾਂ ਇਹਨਾਂ ਨੇ ਡਿਸਕਲੋਜ਼ ਨਹੀਂ ਕਰਨਾ ਸੀ, ਹੁਣ ਕਰਨਾ। ਤੇ ਆਹ ਚੀਜ਼ ਸਟਿਲ ਉਹਨਾਂ 'ਤੇ ਅਪਲਾਈ ਨਹੀਂ ਕਰਦੀ ਜਿਹਨਾਂ ਦੇ ਕੋਲ 25 ਇੰਪਲੋਈਆਂ ਤੋਂ ਘੱਟ ਨੇ। ਪ੍ਰੋਹਿਬਿਟੇਸ਼ਨ ਅਗੇਂਸਟ ਇਨਕਲੂਡਿੰਗ ਕੈਨੇਡੀਅਨ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ। ਸੋ ਹੁਣ ਇੰਪਲੋਇਰਸ ਤੁਹਾਡੇ ਤੋਂ ਪਬਲਿਕਲੀ ਜਿਹੜੀ ਉਹਨਾਂ ਨੇ ਜੋਬ ਪੋਸਟਿੰਗਾਂ ਕੀਤੀਆਂ ਉਹਨਾਂ ਉੱਤੇ ਤੁਹਾਡੇ ਤੋਂ ਮੰਗ ਨਹੀਂ ਸਕਦੇ ਕਿ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਹੋਣਾ ਚਾਹੀਦਾ ਇਸ ਪੋਜੀਸ਼ਨ ਦੇ ਉੱਤੇ ਕੰਮ ਕਰਨ ਲਈ, ਠੀਕ ਹੈ। ਪਹਿਲਾਂ ਆਹ ਚੀਜ਼ ਦੀ ਰਿਕੁਆਇਰਮੈਂਟ ਨਹੀਂ ਸੀ, ਹੁਣ ਰਿਕੁਆਇਰਮੈਂਟ ਲਾਗੂ ਹੋ ਗਈ, ਬਟ ਸਟਿਲ ਆ ਉਹਨਾਂ 'ਤੇ ਅਪਲਾਈ ਨਹੀਂ ਕਰਦੀ ਜਿਨ੍ਹਾਂ ਦੇ ਕੋਲ 25 ਇੰਪਲੋਈ ਉਹ ਤੋਂ ਘੱਟ ਨੇ। ਸੋ ਮੰਗ ਸਕਦੇ ਆ ਕਿ ਹਾਂਜੀ ਸਾਨੂੰ ਕੈਨੇਡੀਅਨ ਐਕਸਪੀਰੀਅੰਸ ਵਾਲਾ ਬੰਦਾ ਚਾਹੀਦਾ। ਰਿਕੁਆਇਰਮੈਂਟ ਟੂ ਡਿਸਕਲੋਜ਼ ਇਫ ਏ ਵੈਕੈਂਸੀ ਐਗਜ਼ਿਸਟ। ਸੋ ਉਹਨਾਂ ਨੂੰ ਡਿਸਕਲੋਜ਼ ਕਰਨਾ ਪੈਣਾ ਕਿ ਹਾਂਜੀ ਜੋਬ ਰੀਅਲ ਦੇ ਵਿੱਚ ਐਗਜ਼ਿਸਟ ਕਰਦੀ ਹੈ, ਹਜੇ ਤੱਕ ਫਿਲ ਨਹੀਂ ਹੋਈ। ਸੋ ਇੰਪਲੋਇਰ ਵਿਲ ਬੀ ਰਿਕੁਆਇਰਡ ਟੂ ਡਿਸਕਲੋਜ਼ ਇਨ ਏ ਪਬਲਿਕਲੀ ਐਡਵਾਈਜ਼ਡ ਜੋਬ ਪੋਸਟਿੰਗ ਇਫ ਦਾ ਪੋਸਟਿੰਗ ਇਜ਼ ਫੋਰ ਐਨ ਐਗਜ਼ਿਸਟਿੰਗ ਵੈਕੈਂਸੀ ਔਰ ਨਾਟ। ਸੋ ਇੰਪਲੋਇਰ ਨੂੰ ਸ਼ੋਅ ਕਰਨਾ ਪੈਣਾ ਕਿ ਹਾਂਜੀ ਇਹ ਜੋਬ ਪੋਸਟਿੰਗ ਰੀਅਲ ਆ ਕਿ ਨਹੀਂ, ਸਾਨੂੰ ਬੰਦੇ ਦੀ ਰਿਕੁਆਇਰਮੈਂਟ ਸਟਿਲ ਹੈਗੀ ਹੈ ਕਿ ਨਹੀਂ, ਅਸੀਂ ਬੰਦਾ ਹਾਇਰ ਕਰ ਲਿਆ ਕਿ ਨਹੀਂ। ਪਰ ਜਦੋਂ ਮੈਂ ਸੋ ਆਹ ਚੀਜ਼ ਕਿਹਨਾਂ ਦੇ ਅੰਡਰ ਆਉਂਦੀ ਹੈ, ESA ਦੇ, ਇੰਪਲੋਇਮੈਂਟ ਸਟੈਂਡਰਡ ਐਕਟ ਦੇ ਅੰਡਰ। ਇੰਪਲੋਇਮੈਂਟ ਸਟੈਂਡਰਡ ਐਕਟ ਦੇ ਅੰਡਰ ਆਹ ਰੈਗੂਲੇਟ ਕੁਛ ਨਹੀਂ ਕਰਦੇ, ਆ ਸਿਰਫ ਇੱਕ ਆਡਿਟ ਕਰਦੇ, ਤੁਹਾਡੇ ਕੰਪਲੇਂਟਸ ਦੇ ਉੱਤੇ ਡਿਪੈਂਡੈਂਟ ਰਹਿੰਦੇ ਆ। ਸੋ ਜੇ ਮੰਨ ਲਓ ਕੁੱਲ ਮਿਲਾ ਕੇ ਆਹ ਜਿਹੜਾ ਪੁਆਇੰਟ ਇਹਨਾਂ ਨੇ ਲਿਖਿਆ ਤੁਹਾਨੂੰ ਮੈਂ ਸਮਝਾਉਣਾ ਦਾ ਕੀ ਮਤਲਬ ਆ। ਕਈ ਵਾਰੀ ਕਈ ਜੋਬ ਪੋਸਟਿੰਗਾਂ ਰੈਂਡਮਲੀ ਪਾਈਆਂ ਜਾਂਦੀਆਂ ਤਾਂ ਕਿ ਲੋਕ ਅਪਲਾਈ ਕਰਨ, ਜਿਹਦੇ ਨਾਲ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾ ਸਕੇ। ਜੋਬ ਉਹ ਐਗਜ਼ਿਸਟ ਨਹੀਂ ਕਰਦੀਆਂ, ਸਿਰਫ ਉਹਦੇ ਉੱਤੇ ਉਹਨਾਂ ਨੇ ਜਾਂ ਤਾਂ ਇੰਪਲੋਇਰਸ ਦਿਖਾਉਂਦੇ ਆ ਕਿ ਹਾਂਜੀ ਅਸੀਂ ਬਿਜ਼ੀ ਹਾਂ, ਸਾਡਾ ਬਿਜ਼ਨਸ ਗਰੋ ਕਰ ਰਿਹਾ, ਉਹ ਤਾਂ ਕਰਕੇ ਨਕਲੀ ਜੋਬ ਪੋਸਟਿੰਗਾਂ ਪਾਉਂਦੇ ਆ। ਜਾਂ ਫਿਰ ਕਈ ਬੰਦੇ ਰੈਂਡਮ ਜੋਬ ਪੋਸਟਿੰਗਾਂ ਐਜ਼ ਇੰਪਲੋਇਰ ਬਣ ਕੇ ਪਾਉਂਦੇ ਤਾਂ ਕਿ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾ ਸਕੇ। ਬਟ ਆ ਦੋਨੋਂ ਕੰਡੀਸ਼ਨਾਂ ਦੇ ਵਿੱਚ ਆਹ ਪੁਆਇੰਟ ਜਮਾਂ ਭਾਈ ਲੋਕ ਮੈਨੂਪੂਲੇਟ ਕਰ ਸਕਦੇ, ਇਹਦੇ 'ਤੇ ਕੋਈ ਵੀ ਰੈਗੂਲੇਸ਼ਨ ਨਹੀਂ ਹੈਗੀ। ਇੰਪਲੋਇਮੈਂਟ ਸਟੈਂਡਰਡ ਐਕਟ ਕੁਛ ਨਹੀਂ ਰੈਗੂਲੇਟ ਕਰਦਾ। ਇਹਨਾਂ ਨੇ ਰੂਲ ਚੇਂਜ ਕੀਤੇ ਆ
ਪਰ ਸਟਿਲ ਆ ਰੂਲ ਉਹਨਾਂ 'ਤੇ ਅਪਲਾਈ ਨਹੀਂ ਕਰਦੇ। ਜਿਨ੍ਹਾਂ ਕੋਲ 25 ਇੰਪਲੋਈ ਉਹ ਤੋਂ ਘੱਟ ਆ, ਪਰ ਜਿਨ੍ਹਾਂ ਨੇ 2 ਨੰਬਰੀ ਕੰਮ ਕਰਨੇ ਉਹਨੇ ਕਰਨੇ ਹੀ ਆ। ਠੀਕ ਹੈ। ਉਹ ਤੋਂ ਬਾਅਦ 'ਚ ਰਿਕੁਆਇਰਮੈਂਟ ਟੂ ਪ੍ਰੋਵਾਈਡ ਇਨਫੋਰਮੇਸ਼ਨ ਟੂ ਦਾ ਐਪਲੀਕੈਂਟ ਇੰਟਰਵਿਊਡ। ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਵਾ ਕਿ ਜੇ ਕੋਈ ਵੀ ਇੰਪਲੋਇਰ ਤੁਹਾਨੂੰ ਇੰਟਰਵਿਊ ਕਰਦਾ, ਇੰਟਰਵਿਊਜ਼ ਐਨ ਐਪਲੀਕੈਂਟ ਫੋਰ ਏ ਪਬਲਿਕਲੀ, ਕੋਈ ਵੀ ਉਹਨੇ ਪਬਲਿਕਲੀ ਜੋਬ ਐਡਵਾਈਸ ਕੀਤੀ ਆ, ਐਡਵਰਟਾਈਜ਼ ਕੀਤੀ ਆ, ਦੇ ਵਿਲ ਬੀ ਰਿਕੁਆਇਰਡ ਟੂ ਪ੍ਰੋਵਾਈਡ ਇਨਫੋਰਮੇਸ਼ਨ ਵੈਦਰ ਦਾ ਹਾਇਰਿੰਗ ਡਿਸੀਜਨ ਇਜ਼ ਮੇਡ ਔਰ ਨਾਟ। ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਵਾ, ਜੇ ਮੈਂ ਜੋਬ ਪੋਸਟ ਕੀਤੀ ਹੈ, ਮੈਂ ਤੁਹਾਨੂੰ ਇੰਟਰਵਿਊ ਕਰਦਾ ਪਿਆ, ਤਾਂ ਮੈਨੂੰ 45 ਦਿਨਾਂ ਦੇ ਵਿੱਚ ਤੁਹਾਨੂੰ ਦੱਸਣਾ ਪੈਣਾ ਕਿ ਮੈਂ ਹਾਇਰਿੰਗ ਨੂੰ ਲੈ ਕੇ ਕੋਈ ਡਿਸੀਜਨ ਬਣਾਇਆ ਕਿ ਨਹੀਂ। ਮੈਂ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਤੁਹਾਨੂੰ ਹਾਇਰ ਕਿਉਂ ਨਹੀਂ ਕੀਤਾ, ਜਾਂ ਮੈਂ ਕਿਸੇ ਹੋਰ ਬੰਦੇ ਨੂੰ ਹਾਇਰ ਕਰ ਲਿਆ, ਕਾਹ ਤੋਂ ਹਾਇਰ ਕੀਤਾ, ਕੀ ਕੰਪੈਰੀਜ਼ਨ ਸੀ ਜਾਂ ਕੀ ਉਹਨੇ ਵੱਧ ਮੈਨੂੰ ਪ੍ਰੋਵਾਈਡ ਕੀਤਾ, ਨਹੀਂ। ਮੈਂ ਸਿਰਫ ਇਹਨਾਂ ਤੁਹਾਨੂੰ ਦੱਸਣਾ 45 ਦਿਨਾਂ ਦੇ ਵਿੱਚ ਕਿ ਹਾਂਜੀ ਹਾਇਰਿੰਗ ਡਿਸੀਜਨ ਲਿਆ ਜਾ ਚੁੱਕਾ। ਠੀਕ ਹੈ। ਜੇ ਤੁਹਾਡਾ ਦੁਬਾਰਾ ਇੰਟਰਵਿਊ ਹੁੰਦਾ ਵਾ, ਠੀਕ ਹੈ, ਤੁਹਾਡਾ ਇੰਟਰਵਿਊ ਇੱਕ ਤੋਂ ਵੱਧ ਵਾਰੀ ਹੁੰਦਾ, ਤਾਂ ਦੂਸਰੇ ਇੰਟਰਵਿਊ ਤੋਂ 45 ਦਿਨਾਂ ਦੇ ਵਿੱਚ ਤੁਹਾਨੂੰ ਕੋਈ ਇਨ ਪਰਸਨ, ਰਾਈਟਿੰਗ, ਈਮੇਲ ਕਿਸੇ ਵੀ ਤਰ੍ਹਾਂ ਦੱਸ ਸਕਦੇ ਆ। ਬਟ ਸਟਿਲ ਉਹਨਾਂ 'ਤੇ ਅਪਲਾਈ ਨਹੀਂ ਕਰਦਾ ਜਿਨ੍ਹਾਂ ਕੋਲ 25 ਇੰਪਲੋਈਜ਼ ਤੋਂ ਘੱਟ ਨੇ। ਅਤੇ ਆਹ ਚੀਜ਼ ਵੀ ਕੋਈ ਇਹਨਾਂ 'ਚੋਂ ਚੀਜ਼ ਇੰਪਲੋਇਮੈਂਟ ਸਟੈਂਡਰਡ ਐਕਟ ਰੈਗੂਲੇਟ ਨਹੀਂ ਕਰਦੀ। ਸੋ ਇਹਨਾਂ ਵਿੱਚ ਕੋਈ ਵੀ ਇੰਪਲੋਇਰ 2 ਨੰਬਰੀ ਕੰਮ ਕਰੀ ਚੱਲੇ, ਧੋਖਾ ਕਰੀ ਚੱਲੇ, ਐਪਲੀਕੈਂਟ ਨੂੰ ਇੰਪਲੋਇਮੈਂਟ ਸਟੈਂਡਰਡ ਐਕਟ ਨੂੰ ਕੰਪਲੇਂਟ ਕਰਨੀ ਪੈਣੀ ਆ। ਅਤੇ ਉਦੋਂ ਬਾਅਦ ਜਿੰਨਾ ਉਹਨਾਂ ਦਾ ਬਿਜ਼ੀ ਸਕੈਜੂਲ ਆ, ਉਦੋਂ ਬਾਅਦ ਫਿਰ ਉਹ ਦੇਖਣਗੇ ਕਿ ਹਾਂਜੀ ਅਸੀਂ ਐਕਸ਼ਨ ਕੀ ਲੈਣਾ। ਕਿਉਂਕਿ ਪਹਿਲਾਂ ਜਦੋਂ ਆਹ ਚੀਜ਼ ਆਈ ਨਾ, ਹੁਣੇ ਮੈਂ ਪਹਿਲਾਂ ਸਾਰੇ ਉੱਤੇ ਦੇਖਿਆ ਅਤੇ ਫਿਰ ਮੈਂ ਪੁਰਾਣੇ ਰੂਲ ਚੈੱਕ ਕੀਤੇ, ਇਟ ਇਜ਼ ਜਸਟ ਬੁਲਸ਼ਿਟ। ਹਾਂ ਭਾਈ ਅਸੀਂ ਰੂਲ ਚੇਂਜ ਕਰਤੇ 1 ਜਨਵਰੀ 2026 ਤੋਂ, ਬਟ ਆਲ ਦਿਸ ਮੀਨਸ ਨਥਿੰਗ। ਬਿਕੋਜ਼ ਤੁਸੀਂ ਕਿਸੇ ਚੀਜ਼ ਨੂੰ, ਕੋਈ ਜੋਬ ਪੋਸਟਿੰਗ ਨੂੰ ਰੈਗੂਲੇਟ ਨਹੀਂ ਕਰ ਰਹੇ। ਇਹਨਾਂ ਨੇ ਕਿਹਾ ਵਾ ਕਿ ਪਬਲਿਕਲੀ ਐਡਵਰਟਾਈਜ਼ ਜੋਬ ਇੰਡੀਡ ਦੇ ਉੱਤੇ, ਫੇਸਬੁੱਕ ਦੇ ਉੱਤੇ, ਕਿਸੇ ਨੇ ਸੋਸ਼ਲ ਮੀਡੀਆ 'ਤੇ ਪਾਉਣੀ ਆ, ਕੰਪਨੀ ਦੀ ਵੈਬਸਾਈਟ 'ਤੇ ਪਾਉਣੀ ਆ, ਕਿਸੇ ਵੀ ਤਰ੍ਹਾਂ ਦੇ ਜੋਬ ਬੈਂਕ 'ਤੇ ਪਾਉਣੀ ਆ, ਨਿਊਜ਼ਪੇਪਰ 'ਤੇ ਕੋਈ ਵੀ ਐਡ ਚਲਾਉਣੀ ਆ। ਇੱਥੇ ਮੈਂ ਉਹਦਾ ਹੋਮਵਰਕ ਕੀਤਾ ਆ। ਸੋ ਆਓ ਪਬਲਿਕਲੀ ਐਡਵਰਟਾਈਜ਼ ਜੋਬ ਆ, ਅਤੇ ਐਪਲੀਕੈਂਟ ਨੂੰ ਭਾਈ ਕੰਪਲੇਂਟ ਕਰਨੀ ਪੈਣੀ ਇੰਪਲੋਇਰ ਦੇ ਅਗੇਂਸਟ, ਜੋਬ ਪੋਸਟਿੰਗ ਦੇ ਅਗੇਂਸਟ, ਅਤੇ ਫਿਰ ਇੰਪਲੋਇਮੈਂਟ ਸਟੈਂਡਰਡ ਐਕਟ ਨੂੰ ਪਤਾ ਲੱਗੇਗਾ, ਅਦਰਵਾਈਜ਼ ਨਹੀਂ। ਠੀਕ ਹੈ। ਹੁਣ ਇਹਨਾਂ ਦਾ ਕੁੱਲ ਮਿਲਾ ਕੇ ਕਹਿਣ ਦਾ ਭਾਵ ਆ ਵੀ ਇੱਕ ਇੰਪਲੋਈ ਜਿਹਨੇ ਜੋਬ ਅਪਲਾਈ ਕੀਤੀ, ਜਿਹੜਾ ਜੋਬ ਸੀਕਰ ਆ, ਉਹ ਬੰਦਾ ਬਸ ਇੱਕ ਜੋਬ ਅਪਲਾਈ ਕਰਤੀ ਅਤੇ ਹੁਣ ਉਹਦੇ 'ਤੇ ਡੀਕ ਕਰਦਾ ਰਹੂਗਾ ਕਿ ਹਾਂਜੀ ਕੋਈ ਰਿਸਪੌਂਸ ਆਉਂਦਾ ਕਿ ਮੈਂ ਇੰਪਲੋਇਮੈਂਟ ਸਟੈਂਡਰਡ ਐਕਟ ਨੂੰ ਕੰਪਲੇਂਟ ਕਰਾਂ। ਨੋਬਡੀ ਡਜ਼ ਦੈਟ। ਸੋ ਆਹ ਸੀਗਾ ਓਨਟਾਰੀਓ ਦੇ ਨਵੇਂ ਰੂਲ ਚੇਂਜ ਹੋ ਰਿਹਾ ਇੰਪਲੋਇਮੈਂਟ ਸਟੈਂਡਰਡ ਐਕਟ ਦੇ ਹਾਇਰਿੰਗ ਪ੍ਰੋਸੈਸ ਨੂੰ ਲੈ ਕੇ। ਦੱਸ ਦਈਏ ਮੈਂ ਕਿ ਬਹੁਤ ਵੱਡੇ ਬਦਲਾਅ ਆ ਰਹੇ ਨੇ। ਮਾਈ ਹੋਮਵਰਕ। ਥੈਂਕ ਯੂ।